ਹੈਲੋ ਡੀਅਰ ਸਟੂਡੈਂਟਸ, ਔਨਲਾਈਨ ਸਟੱਡੀ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਕਹਾਣੀ ਸੰਸਾਰ ਦਾ 12ਵਾਂ ਪਾਠ $5 ਦਾ ਨੋਟ। ਇਹ ਕਹਾਣੀ ਸੰਸਾਰ ਦਾ ਲਾਸਟ ਪਾਠ ਹੈ ਜੀ, 12ਵਾਂ। ਆਪਣਾ ਕਹਾਣੀ ਸੰਸਾਰ ਦੇ 12 ਪਾਠ ਪੂਰੇ ਹੋ ਗਏ ਹਨ। ਇਹ 12 ਪਾਠ ਪੂਰੇ ਹੋਣ ਤੋਂ ਬਾਅਦ ਤੁਹਾਨੂੰ ਇੱਕ ਦਿਨ ਦਾ ਬ੍ਰੇਕ ਦਿੱਤਾ ਜਾਊਗਾ। ਜਿਨ੍ਹਾਂ ਬੱਚਿਆਂ ਨੇ ਹਜੇ ਤੱਕ ਆਪਣੀ ਨੋਟਬੁੱਕ ਇੱਕ ਵਾਰ ਵੀ ਚੈੱਕ ਨਹੀਂ ਕਰਵਾਈ, ਉਹ ਚੈੱਕ ਕਰਵਾਉਣ। ਫਿਰ ਇੱਕ ਦਿਨ ਦੇ ਗੈਪ ਤੋਂ ਬਾਅਦ ਤੁਹਾਡਾ ਨਵਾਂ ਵਿਸ਼ਾ ਲੈ ਕੇ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ। ਉਨੇ ਸਮੇਂ ਦੇ ਵਿੱਚ ਤੁਸੀਂ ਕਹਾਣੀ ਸੰਸਾਰ ਦੇ 12 ਪਾਠ ਹੈ ਉਹ ਪੂਰੇ ਕਰ ਲੈਣੇ ਹਨ। ਮੈਨੂੰ ਉਹਨਾਂ ਬੱਚਿਆਂ ਦਾ ਨਾਂ ਲੈ ਕੇ ਨਾ ਆਖਣਾ ਪਵੇ ਜਿਨ੍ਹਾਂ ਬੱਚਿਆਂ ਨੇ ਹਜੇ ਤੱਕ ਆਪਣੀ ਨੋਟਬੁੱਕ ਇੱਕ ਵਾਰ ਵੀ ਚੈੱਕ ਨਹੀਂ ਕਰਵਾਈ। ਇਸ ਲਈ ਉਹ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਜਿੰਨਾ ਵੀ ਕੀਤਾ ਹੈ ਉਹਨਾਂ ਆਪਣਾ ਸਿਲੇਬਸ ਹੈ ਉਹ ਚੈੱਕ ਕਰਵਾ ਲੈਣ, ਆਰਾਮ ਨਾਲ ਕਰ ਲੈਣ, ਪਰ ਚੈੱਕ ਜ਼ਰੂਰ ਕਰਵਾਉਣ। ਸ਼ੁਰੂ ਕਰਦੇ ਹਾਂ ਕਹਾਣੀ ਸੰਸਾਰ ਦਾ 12ਵਾਂ ਪਾਠ $5 ਦਾ ਨੋਟ। ਇਹ $5 ਦਾ ਨੋਟ ਕਹਾਣੀ ਹਰਪ੍ਰੀਤ ਸਿੰਘ ਸੇਖਾਂ ਦੀ ਰਚਨਾ ਹੈ ਜੀ। ਕਹਾਣੀਕਾਰ ਨੇ ਪ੍ਰਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੇ ਸਮਾਜਿਕ ਸੱਭਿਆਚਾਰ ਤੇ ਸੰਕਟਾਂ ਨੂੰ ਉਸਨੇ ਆਪਣੀ ਕਹਾਣੀਆਂ ਦੇ ਵਿੱਚ ਪੇਸ਼ ਕੀਤਾ ਹੈ। ਉਸ ਦੀ $5 ਦੀ ਨੋਟ ਕਹਾਣੀ ਪ੍ਰਵਾਸੀ ਪੰਜਾਬੀਆਂ ਦੀ ਮਾਨਸਿਕ ਵਿਖੰਡਤਾ ਦੀ ਤਸਵੀਰ ਤੇ ਉਹਨਾਂ ਦੀ ਦੁਚਿੱਤੀ ਨੂੰ ਬਿਆਨ ਕਰਦੀ ਹੈ। ਇਸ ਕਹਾਣੀ ਵਿੱਚ ਉਸਨੇ ਮਨੋਵਿਚਲੀਆਂ ਦੀ ਜੁਗਤਾਂ ਨੂੰ ਅਪਣਾਇਆ ਹੈ ਜੀ। ਕਹਾਣੀ ਆਪਣੀ $5 ਦਾ ਨੋਟ। ਲਿਵਿੰਗ ਰੂਮ ਵਿੱਚ ਪਏ ਸੋਫੇ ਤੇ ਇੱਕ ਨੁੱਕਰ ਤੇ ਜੈਮਲ ਸਿੰਘ ਇਕੱਠਾ ਜਾ ਹੋਇਆ ਬੈਠਾ ਸੀ। ਵਾਰ-ਵਾਰ ਉਸ ਦੇ ਮਨ ਵਿੱਚ ਇਹੀ ਖਿਆਲ ਆ ਰਿਹਾ ਸੀ ਕਿ ਉਹ ਅੱਜ ਮਿਲ ਕੇ ਵਾਪਸ, ਉਸ ਦੀ ਧੀ ਸੀ, ਉਹਦਾ ਨਾਂ ਸੀ ਰੁਪਿੰਦਰ। ਉਹਦੇ ਮਨ 'ਚ ਖਿਆਲ ਆ ਰਿਹਾ ਸੀ ਕਿ ਉਹ ਅੱਜ ਮਿਲ ਕੇ ਵਾਪਸ ਜਾਣ ਲੱਗੀ ਆਪਣੀ ਧੀ ਨੂੰ ਕੀ ਦੇਵੇਗਾ। ਸਵੇਰ ਦੀ ਚਾਹ ਪੀ ਕੇ ਉਹ ਬਿਸਤਰੇ ਵਿੱਚ ਫਿਰ ਵੜ ਗਿਆ ਤੇ ਰਾਤ ਨੂੰ ਆਏ ਸੁਪਨੇ ਬਾਰੇ ਸੋਚਣ ਲੱਗ ਪਿਆ। ਉਸ ਨੂੰ ਸੁਪਨਿਆਂ ਵਿੱਚ ਲੱਗਿਆ ਜਿਵੇਂ ਉਸ ਦੀ ਪਤਨੀ ਬੰਤੀ ਉਸ ਨੂੰ ਕਹਿ ਰਹੀ ਹੋਵੇ ਕਿ ਕੁੜੀ ਨੂੰ ਤੋਰਨ ਮੌਕੇ ਕਿਤੇ ਐਵੇਂ ਨਾ ਉਹ ਮੁੱਠੀ ਘੁੱਟ ਲਵੇ। ਧੀ ਨੂੰ ਦੇਣ ਲਈ ਜੈਮਲ ਸਿੰਘ ਕੋਲ ਸੀ ਹੀ ਕਿ ਜਿਹੜਾ ਉਹ ਦੇ ਦਿੰਦਾ। ਜੈਮਲ ਸਿੰਘ ਨੂੰ ਯਾਦ ਆਉਂਦਾ ਹੈ ਕਿ ਬੰਤੀ ਉਸ ਨੂੰ ਕਿਵੇਂ ਇਹ ਕਹਿ ਕੇ ਹੌਸਲਾ ਦਿੰਦੀ ਸੀ ਕਿ ਉਹ ਚਿੰਤਾ 'ਚ ਮਨ ਛੋਟਾ ਨਾ ਕਰੇ। ਇੱਕ ਵਾਰ ਜਦੋਂ ਜੈਮਲ ਸਿੰਘ ਦੀ ਭੈਣ ਆਪਣੀ ਸਮੱਸਿਆ ਲੈ ਕੇ ਆਪਣੇ ਭਰਾ ਦੇ ਘਰ ਆਈ ਸੀ ਤਾਂ ਉਸ ਦਾ ਵੀ ਹੱਲ ਬੰਤੀ ਨੇ ਹੀ ਕੀਤਾ ਸੀ। ਬੰਤੀ ਦੇ ਤੁਰ ਜਾਣ ਮਗਰੋਂ ਜੈਮਲ ਸਿੰਘ ਬਿਲਕੁਲ ਹੀ ਟੁੱਟ ਗਿਆ ਸੀ। ਇੱਕ ਦਿਨ ਤਾਂ ਉਸ ਦਾ ਪੁੱਤਰ ਗੁਰਮੇਲ ਵੀ ਇਹੀ ਕਹਿੰਦਾ ਹੈ ਕਿ ਉਸ ਦੀ ਮਾਂ ਤਾਂ ਉਹਨਾਂ ਨੂੰ ਮਾਰ ਕੇ ਹੀ ਸੁੱਟ ਗਈ। ਪਿਓ ਦੇ ਪੁੱਛਣ ਤੇ ਉਹ ਦੱਸਦਾ ਹੈ ਕਿ ਉਹਨਾਂ ਨੇ ਸੋਚਿਆ ਸੀ ਕਿ ਬੇਬੇ ਬਾਪੂ ਨੂੰ ਕਨੇਡਾ ਆਪਣੇ ਕੋਲ ਬੁਲਾ ਕੇ ਤੇ ਉਹ ਬੱਚੇ ਦੀ ਸਕੀਮ ਕਰਨਗੇ। ਬੇਬੇ ਜਵਾਕ ਸਾਂਭਦੀ ਤੇ ਬਾਪੂ ਨੂੰ ਉਹ ਫਾਰਮਾਂ ਵਿੱਚ ਭੇਜਦੇ। ਬੇਬੇ ਦੇ ਤੁਰ ਜਾਣ ਕਾਰਨ ਉਸ ਦੀਆਂ ਆਸਾਂ ਧਰੀਆਂ ਦੀਆਂ ਧਰੀਆਂ ਹੀ ਰਹਿ ਗਈਆਂ ਸਨ। ਗੁਰਮੇਲ
ਜੈਮਲ ਸਿੰਘ ਨੂੰ ਬਿਲਕੁਲ ਨਹੀਂ ਸੀ ਗੋਲਦਾ ਤੇ ਇਸ ਕਾਰਨ ਉਸ ਦਾ ਇੱਥੇ ਜੀ ਨਹੀਂ ਸੀ ਲੱਗਦਾ। ਉਹ ਜਲਦੀ ਹੀ ਮਰ ਕੇ ਆਪਣੀ ਪਤਨੀ ਬੰਤੀ ਕੋਲ ਜਾਣਾ ਚਾਹੁੰਦਾ ਸੀ। ਫਿਰ ਉਹ ਸੋਚਦਾ ਹੈ ਕਿ ਜੇਕਰ ਉਹ ਮਰ ਗਿਆ ਤਾਂ ਮੇਰੇ ਪੋਤੇ ਨੂੰ ਕੌਣ ਸੰਭਾਲੇਗਾ। ਪਰ ਫਿਰ ਵੀ ਕੋਈ ਉਸ ਦੀ ਕਦਰ ਨਹੀਂ ਸੀ ਕਰਦਾ। ਕਮਰੇ ਅੰਦਰ ਆਈ ਰੁਪਿੰਦਰ ਨੇ ਜੈਮਲ ਸਿੰਘ ਨੂੰ ਸੋਚਾਂ ਵਿੱਚੋਂ ਕੱਢਿਆ। ਰੁਪਿੰਦਰ ਨੇ ਉਸ ਦਾ ਹਾਲ ਪੁੱਛਿਆ ਤੇ ਨਾ ਉੱਠਣ ਦਾ ਕਾਰਨ ਪੁੱਛਿਆ। ਉਸਨੇ ਦੱਸਿਆ ਕਿ ਉਸ ਦਾ ਉੱਠਣ ਨੂੰ ਜੀ ਨਹੀਂ ਸੀ ਕੀਤਾ। ਰਜਾਈ ਪਰੇ ਹਟਾਉਂਦੇ ਜੈਮਲ ਸਿੰਘ ਨੇ ਰੁਪਿੰਦਰ ਨੂੰ ਬਹਿ ਜਾਣ ਲਈ ਕਿਹਾ। ਗੱਲਾਂ ਗੱਲਾਂ 'ਚ ਜੈਮਲ ਸਿੰਘ ਨੇ ਰੁਪਿੰਦਰ ਨੂੰ ਦੱਸਿਆ ਕਿ ਇਕੱਲੇ ਉਸ ਦਾ ਜੀ ਨਹੀਂ ਲੱਗਦਾ। ਤਾਂ ਰੁਪਿੰਦਰ ਨੇ ਉਸ ਨੂੰ ਆਪਣੇ ਨਾਲ ਜਾਣ ਲਈ ਕਿਹਾ, ਪਰ ਉਸਨੇ ਮਨਾ ਕਰ ਦਿੱਤਾ। ਫਿਰ ਉਹ ਉਸੇ ਸੋਚਾਂ ਵਿੱਚ ਡੁੱਬ ਜਾਂਦਾ ਹੈ ਕਿ ਉਹ ਜਾਂਦੀ ਰੁਪਿੰਦਰ ਨੂੰ ਕੀ ਦੇਵੇਗਾ। ਉਸ ਨੂੰ ਯਾਦ ਆਉਂਦਾ ਹੈ ਕਿ ਜਦ ਰੁਪਿੰਦਰ ਆਪਣੀ ਧੀ ਨੂੰ ਲੈ ਕੇ ਪਿੰਡ ਗਈ ਸੀ ਤਾਂ ਬੰਤੀ ਨੇ ਉਸ ਨੂੰ ਇੱਕ ਚਾਦਰ ਸੰਦੂਕ 'ਚੋਂ ਕੱਢ ਕੇ ਦਿੱਤੀ ਸੀ ਤੇ ਨਾਲ 7 ਸੂਟ ਉਸ ਦੀ ਪਸੰਦ ਦੇ ਬਣਵਾ ਕੇ ਦਿੱਤੇ ਸਨ। ਉਹ ਆਸ ਕਰਦਾ ਹੈ ਕਿ ਕਿਧਰੇ ਅੱਜ ਵੀ ਬੰਤੀ ਕੁਝ ਅਜਿਹਾ ਹੀ ਕਰੇ। ਜੈਮਲ ਸਿੰਘ ਸੋਚਦਾ ਹੈ ਕਿ ਕੀ ਪਤਾ ਬਹੂ ਹੀ ਕੁਝ ਦੇ ਦੇਵੇ। ਉਹ ਐਵੇਂ ਫਿਕਰ ਕਰੀ ਜਾਂਦਾ ਹੈ, ਪਰ ਦੂਜੇ ਹੀ ਪਲ ਉਹ ਸੋਚਦਾ ਹੈ ਕਿ ਉਹ ਵੀ ਖਾਲੀ ਹੱਥ ਪਿਆਰ ਦਿੰਦਾ ਚੰਗਾ ਨਹੀਂ ਸੀ ਲੱਗਦਾ। ਫਿਰ ਉਹ ਸੋਚਦਾ ਹੈ ਕਿ ਚੱਲ ਜਿਹੜਾ ਉਸ ਕੋਲ $5 ਦਾ ਨੋਟ ਪਿਆ ਹੈ ਉਹ ਉਹੀ ਦੇ ਦੇਵੇਗਾ। ਪਰ ਉਸਨੂੰ ਆਪ ਨੂੰ ਵੀ ਕਦੇ ਪੈਸੇ ਦੀ ਲੋੜ ਪੈ ਜਾਂਦੀ ਹੈ ਤੇ ਉਸ ਕੋਲੇ ਉਹੀ ਇੱਕ ਨੋਟ ਸੀ ਤੇ ਗੁਰਮੇਲ ਤੋਂ ਤਾਂ ਮੰਗਣ ਤੇ ਵੀ ਉਸਨੂੰ ਪੈਸੇ ਦਿੰਦਾ ਨਹੀਂ ਸੀ। ਨੂੰਹ ਦੇ ਆਵਾਜ਼ ਦੇਣ ਤੇ ਜੈਮਲ ਸਿੰਘ ਰਜਾਈ 'ਚੋਂ ਉੱਠ ਕੇ ਰੋਟੀ ਖਾਣ ਆ ਜਾਂਦਾ ਹੈ। ਇੱਥੇ ਆ ਕੇ ਹੀ ਉਸਨੂੰ ਪਤਾ ਲੱਗਦਾ ਹੈ ਕਿ ਗੁਰਮੇਲ ਅੱਜ ਵੀ ਕੰਮ ਤੇ ਚਲਾ ਗਿਆ ਤੇ ਆਖ ਕੇ ਗਿਆ ਹੈ ਕਿ ਉਹ ਰੁਪਿੰਦਰ ਦੇ ਜਾਣ ਦੇ ਵੇਲੇ ਤੋਂ ਪਹਿਲਾਂ ਹੀ ਵਾਪਿਸ ਆ ਜਾਵੇਗਾ। ਇਹ ਗੱਲ ਉਸਨੂੰ ਚੰਗੀ ਨਾ ਲੱਗੀ। ਰੋਟੀ ਖਾ ਕੇ ਜੈਮਲ ਸਿੰਘ ਦੇ ਚਿੱਤ ਵਿੱਚ ਆਇਆ ਕਿ ਉਹ ਪਾਰਕ ਵਿੱਚ ਜਾ ਆਵੇ, ਪਰ ਉਸ ਦਾ ਮਨ ਨਾ ਮੰਨਿਆ ਤੇ ਉਹ ਲਿਵਿੰਗ ਰੂਮ ਵਿੱਚ ਜਾ ਕੇ ਸੋਫੇ ਦੀ ਇੱਕ ਨੁੱਕਰ ਤੇ ਬੈਠਾ ਸੋਚਾਂ ਵਿੱਚ ਗੁਆਚ ਗਿਆ। ਦੋਹਤੀ ਮੋਨਿਕਾ ਨੇ ਬਾਹਾਂ ਤੋਂ ਖਿੱਚ ਕੇ ਉਸ ਨੂੰ ਸੋਚਾਂ ਵਿੱਚੋਂ ਕੱਢਿਆ। ਸੋਫੇ ਤੇ ਬੈਠੀ ਮੋਨਿਕਾ ਵੱਲ ਉਸਨੇ ਧਿਆਨ ਨਹੀਂ ਸੀ ਦਿੱਤਾ ਤੇ ਨਾ ਹੀ ਆਪਣੇ ਸੱਜੇ ਹੱਥ ਦੀ ਟੁੱਡੀ ਉਂਗਲ ਨਾਲ ਉਸਨੂੰ ਡਰਾਇਆ। ਮੋਨਿਕਾ ਨੇ ਜਦੋਂ ਉਸਨੂੰ ਖੇਡਣ ਲਈ ਕਿਹਾ ਤਾਂ ਉਸਨੇ ਉਸਨੂੰ ਲਵੀ ਦਾ ਬਹਾਨਾ ਦੇ ਕੇ ਟਿਕਾਉਣ ਦੀ ਕੋਸ਼ਿਸ਼ ਕੀਤੀ, ਪਰ ਮੋਨਿਕਾ ਉੱਥੇ ਹੀ ਬੈਠੀ ਰਹੀ। ਜੈਮਲ ਸਿੰਘ ਨੂੰ ਉਸ ਵੇਲੇ
ਉਸ ਵੱਲ ਵੇਖ ਕੇ ਆਪਣੇ ਅੰਦਰੋਂ ਕੁਝ ਖੁੱਜਦਾ ਮਹਿਸੂਸ ਹੋਇਆ। ਫਿਰ ਉਸ ਦਾ ਹੱਥ ਆਪਣੀ ਜੇਬ 'ਤੇ ਚਲਾ ਗਿਆ। ਪੰਜਾਂ ਦੇ ਨੋਟ ਨੂੰ ਟਾਹੁੰਦਿਆਂ ਉਹ ਸੋਚਿਆ ਕਿ ਇਹ ਨੋਟ ਉਹ ਰੁਪਿੰਦਰ ਨੂੰ ਦੇ ਦੇਵੇਗਾ, ਪਰ ਅਗਲੇ ਹੀ ਪਲ ਉਸ ਨੂੰ ਲੱਗਾ ਕਿ ਜਿਵੇਂ ਬੰਤੀ ਉਸ ਨੂੰ ਆਖ ਰਹੀ ਹੋਵੇ ਕਿ ਇਹਦੇ ਨਾਲ ਨਹੀਂ ਸਰਨਾ। ਪਰ ਹੋਰ ਉਹ ਲਿਆਉਂਦਾ ਵੀ ਕਿੱਥੋਂ। ਬੈਠੇ ਬੈਠੇ ਉਸ ਨੂੰ ਬਿੱਕਰ ਸਿੰਘ ਵਾਲੀ ਘਟਨਾ ਯਾਦ ਆ ਗਈ ਕਿ ਕਿਸ ਤਰ੍ਹਾਂ ਉਹ ਬਿਨਾਂ ਕਿਰਾਏ ਦੇ ਫਸ ਗਿਆ ਸੀ। ਇਸ ਲਈ ਮਾੜੇ ਮੋਟੇ ਪੈਸੇ ਉਹ ਆਪਣੇ ਕੋਲ ਵੀ ਰੱਖਣੇ ਚਾਹੁੰਦਾ ਸੀ। ਰੁਪਿੰਦਰ ਆ ਕੇ ਇਹ ਪੁੱਛਦੀ ਹੈ ਕਿ ਉਸਨੇ ਉਸਦੀ ਲਿਆਂਦੀ ਜੈਕਟ ਪਾ ਕੇ ਦੇਖੀ। ਉਸਨੂੰ ਸੋਚਾਂ ਵਿੱਚੋਂ ਕੱਢਿਆ। ਰੁਪਿੰਦਰ ਜਦ ਵੀ ਆਉਂਦੀ ਸੀ ਸਾਰੇ ਟੱਬਰ ਲਈ ਕੁਝ ਨਾ ਕੁਝ ਜ਼ਰੂਰ ਲੈ ਕੇ ਆਉਂਦੀ ਸੀ। ਉਸਦੇ ਮਨ ਵਿੱਚ ਫਿਰ ਆਉਂਦਾ ਹੈ ਕਿ ਉਸਦਾ ਪੁੱਤਰ ਤੇ ਨੂੰਹ ਪਤਾ ਨਹੀਂ ਉਸਨੂੰ ਕੀ ਦੇਣਗੇ। ਉਹ ਬਹੂ ਤੋਂ ਪੁੱਛਣਾ ਵੀ ਚਾਹੁੰਦਾ ਹੈ, ਪਰ ਪੁੱਛ ਨਾ ਸਕਿਆ। ਉਹ ਸੋਫੇ ਤੋਂ ਉੱਠਿਆ ਹੀ ਸੀ ਕਿ ਉਸਨੂੰ ਉਹ ਦਿਨ ਚੇਤੇ ਆ ਗਏ ਜਿਸ ਦਿਨ ਉਸਦੇ ਚਾਚੇ ਦੀ ਧੀ ਮਿਲਣ ਆਈ ਸੀ ਤੇ ਜੈਮਲ ਸਿੰਘ ਨੇ ਜਾਂਦੀ ਨੂੰ $2 ਦਾ ਨੋਟ ਦਿੱਤਾ ਸੀ। ਜਿਸ ਤੋਂ ਗੁਰਮੇਲ ਬਹੁਤ ਔਖਾ ਹੋਇਆ ਸੀ। ਉਹ ਫਿਰ ਸੋਫੇ 'ਤੇ ਬੈਠ ਗਿਆ। ਸੋਫੇ 'ਤੇ ਬੈਠੇ ਹੀ ਉਹ ਸੋਚ ਰਿਹਾ ਹੈ ਕਿ ਹੋਰ ਮੁਲਕ ਆ ਗਏ ਤਾਂ ਉਸ ਨਾਲ ਰੂਹ ਰੀਤਾਂ ਤਾਂ ਨਹੀਂ ਬਦਲ ਜਾਂਦੀਆਂ। ਮੋਨਿਕਾ ਦਾ ਰੌਲਾ ਸੁਣ ਕੇ ਉਹ ਸੋਚਾਂ 'ਚੋਂ ਨਿਕਲਿਆ। ਮੋਨਿਕਾ ਬਾਹਰ ਖੜ੍ਹੇ ਆਈਸਕ੍ਰੀਮ ਟਰੱਕ ਵਾਲੇ ਤੋਂ ਕੁਲਫੀ ਲੈਣ ਦੀ ਜ਼ਿੱਦ ਕਰ ਰਹੀ ਸੀ, ਪਰ ਰੁਪਿੰਦਰ ਨੇ ਉਸਨੂੰ ਝਿੜਕ ਕੇ ਚੁੱਪ ਕਰਾ ਰਹੀ ਸੀ। ਫਿਰ ਵੀ ਮੋਨਿਕਾ ਜੈਮਲ ਸਿੰਘ ਤੋਂ ਆ ਕੇ ਪੈਸੇ ਮੰਗਣ ਲੱਗੀ ਤਾਂ ਜੈਮਲ ਸਿੰਘ ਨੂੰ ਕੋਈ ਜਵਾਬ ਨਾ ਦਿੱਤਾ ਤੇ ਉਸਨੇ ਆਪਣੇ ਹੱਥ ਜੇਬ 'ਚ ਰੱਖ ਲਿਆ ਤੇ ਉਸਨੇ ਆਪਣਾ ਜੈਮਲ ਸਿੰਘ ਉਸਨੂੰ ਕੜਵਾ ਬੋਲਿਆ ਤਾਂ ਮੋਨਿਕਾ ਠਠੰਬਰ ਜਿਹੀ ਗਈ। ਉਸਨੂੰ ਲੱਗਿਆ ਜਿਵੇਂ ਉਸਨੇ ਬਾਪੂ ਦੇ ਭੁਲੇਖੇ ਕਿਸੇ ਹੋਰ ਦੀ ਬਾਂਹ ਖਿੱਚੀ ਹੋਵੇ। ਜਿਵੇਂ ਜੈਮਲ ਸਿੰਘ ਵੀ ਆਪਣੇ ਰੁੱਖਾ ਬੋਲਣ 'ਤੇ ਹੈਰਾਨ ਸੀ। ਉਸਨੂੰ ਲੱਗਿਆ ਜਿਵੇਂ ਬੰਤੀ ਉਸਨੂੰ ਕਹਿ ਰਹੀ ਹੋਵੇ ਕਿ ਉਸਨੂੰ ਵੀ ਕਨੇਡਾ ਦੀ ਪਾ ਲੱਗ ਗਈ। ਇਸ ਤੋਂ ਪਹਿਲਾਂ ਕਿ ਮੋਨਿਕਾ ਦੇ ਟੇਰੇ ਬੁੱਲ ਰੋਣ 'ਚ ਬਦਲਦੇ, ਜੈਮਲ ਸਿੰਘ ਨੇ ਉਸਨੂੰ ਇਕਲੌਤਾ $5 ਦਾ ਨੋਟ ਮੋਨਿਕਾ ਨੂੰ ਦੇ ਦਿੱਤਾ। ਇਹ ਸੀ ਆਪਣਾ ਪਾਠ $5 ਦਾ ਨੋਟ, ਜਿਹਨੂੰ ਤੁਸੀਂ ਕਰਨਾ ਹੈ। ਇਹ ਆਪਣਾ ਕਹਾਣੀ ਸੰਸਾਰ ਦਾ ਲਾਸਟ ਪਾਠ ਹੈ ਜੀ, 12ਵਾਂ। 12 ਪਾਠ ਪੂਰੇ ਹੋ ਜਾਣ ਤੋਂ ਬਾਅਦ ਤੁਹਾਨੂੰ ਇੱਕ ਦਿਨ ਦਾ ਸਮਾਂ ਦਿੱਤਾ ਜਾਊਗਾ। ਉਸ ਦਿਨ ਕੋਈ ਕੰਮ ਨਹੀਂ ਦੇਵਾਂਗੇ, ਪੰਜਾਬੀ ਦਾ ਕੋਈ ਕੰਮ ਨਹੀਂ ਮਿਲੂਗਾ। ਓਨੇ ਸਮੇਂ 'ਚ ਤੁਸੀਂ ਜਿਹੜਾ ਪਿਛਲਾ ਜਿੰਨਾ ਵੀ ਬਕਾਇਆ ਕੰਮ ਰਹਿ ਗਿਆ ਹੈ ਉਹਨੂੰ ਪੂਰਾ ਕਰ ਲੈਣਾ ਹੈ। ਹਿੰਦੀ ਮੀਡੀਅਮ ਅਤੇ ਇੰਗਲਿਸ਼ ਮੀਡੀਅਮ ਦੋਨਾਂ ਬੱਚਿਆਂ 'ਚੋਂ ਜਿਨ੍ਹਾਂ ਨੇ ਹਜੇ ਕਾਪੀਆਂ ਚੈੱਕ ਨਹੀਂ ਕਰਵਾਈਆਂ, ਨੋਟਬੁੱਕ ਚੈੱਕ ਨਹੀਂ ਕਰਵਾਈ, ਉਹ ਨੋਟਬੁੱਕ ਚੈੱਕ ਕਰਵਾਉਣ, ਨਹੀਂ ਤਾਂ ਮੈਨੂੰ ਨਾਮ ਲਿਖ ਕੇ ਤੁਹਾਡੇ ਤੋਂ ਕਾਪੀ ਮੰਗਣੀ ਪਊਗੀ। ਇਸ ਲਈ ਤੁਸੀਂ ਨੋਟਬੁੱਕ ਨੂੰ ਚੈੱਕ ਕਰਵਾਓ ਤਾਂ ਜੋ ਤੁਹਾਡਾ ਸਿਲੇਬਸ ਨਾਲ ਦੀ ਨਾਲ ਪੂਰਾ ਹੋ ਸਕੇ। ਇਹਦੇ ਵਿੱਚ ਤੁਹਾਡਾ ਹੀ ਫਾਇਦਾ ਹੈ। ਇਹ ਜੋ ਕੁਝ ਕਰਵਾ ਰਹੇ ਹਾਂ ਤੁਹਾਡੇ ਹੀ ਫਾਇਦੇ ਵਾਸਤੇ ਕਰਵਾ ਰਹੇ ਹਾਂ। ਖੁੱਲ੍ਹਾ ਸਮਾਂ ਹੈ, ਆਰਾਮ ਨਾਲ ਤੁਸੀਂ ਕਰ ਸਕਦੇ ਹੋ, ਕਿਸੇ ਵੀ ਕੰਮ ਦਾ ਕੋਈ ਬੋਝ ਨਹੀਂ। ਇਸ ਲਈ ਨੋਟਸ ਬਣਾਓ ਅਤੇ ਉਹਨਾਂ ਨੂੰ ਸਮੇਂ ਸਿਰ ਚੈੱਕ ਕਰਵਾਓ। ਤੁਸੀਂ ਵੀ ਨਾਲ ਜੁੜੋ,
ਅਤੇ ਜਿਹਦੇ ਨਾਲ ਪਿੱਛੇ ਨਾ ਰਹੋ ਅਤੇ ਸਿਲੇਬਸ ਨਾਲ ਦੀ ਨਾਲ ਪੂਰਾ ਹੋ ਸਕੇ। ਧੰਨਵਾਦ।